ਨਮਸਕਾਰ ਦੋਸਤੋ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਟੈਕਨੀਕਲ ਜੌਬ ਪੁਆਇੰਟ 'ਤੇ। ਅੱਜ ਪਾਰਟ 2 ਲੈ ਕੇ ਆਏ ਹਾਂ ਵੀਡੀਓ ਦਾ, ਜਿਹਦੇ ਵਿੱਚ ਅਗਲੇ ਕੁਐਸਚਨਸ ਦੀ ਪ੍ਰਿਪਰੇਸ਼ਨ ਕਰਾਵਾਂਗੇ। ਤਾਂ ਸ਼ੁਰੂ ਕਰਦੇ ਹਾਂ 26th ਕੁਐਸਚਨ ਦੇ ਨਾਲ। ਮੋਡ ਆਫ ਐਕਸ਼ਨ ਆਫ ਮੈਗਨੀਸ਼ੀਅਮ ਸਲਫੇਟ। ਮੈਗਨੀਸ਼ੀਅਮ ਸਲਫੇਟ ਦਾ ਮੋਡ ਆਫ ਐਕਸ਼ਨ ਕੀ ਹੈ? ਆਪਸ਼ਨਸ ਨੇ ਡਿਕਰੀਜ਼ਿਸ ਐਸੀਟਾਈਲ ਕੋਲੀਨ ਰਿਲੀਜ਼, ਰਿਡਿਊਸਿਸ ਮੋਟਰ ਐਂਡ ਪਲੇਟ ਸੈਂਸਿਟੀਵਿਟੀ ਐਂਡ ਬਲੌਕਸ ਕੈਲਸ਼ੀਅਮ ਚੈਨਲਸ, ਜਾਂ ਆਲ ਆਫ ਦੀ ਅਬਵ। ਤਾਂ ਇਹਦਾ ਸਹੀ ਆਨਸਰ ਹੈ ਆਪਸ਼ਨ ਡੀ, ਆਲ ਆਫ ਦੀ ਅਬਵ। ਇਹਦਾ ਕੰਮ ਕੀ ਹੁੰਦਾ? ਐਸੀਟਾਈਲ ਕੋਲੀਨ ਆਪਣੇ ਨਿਊਰੋਨ, ਜਿਹੜਾ ਨਿਊਰੋਨ ਹੁੰਦਾ ਇੱਦਾਂ ਕਰਕੇ ਦੀ ਸ਼ੇਪ ਦਾ ਬਣਿਆ ਹੁੰਦਾ, ਇਹਦੇ ਜਿਹੜੇ ਇੱਥੇ ਕਰਕੇ ਨਰਵ ਐਂਡਿੰਗਸ ਹੁੰਦੀਆਂ ਨੇ, ਇਹ ਅਗਲੇ ਨਿਊਰੋਨ ਤੱਕ ਜਦੋਂ ਸਿਗਨਲ ਲੈ ਕੇ ਜਾਂਦੇ ਨੇ ਤਾਂ ਐਸੀਟਾਈਲ ਕੋਲੀਨ ਦੇ ਨਾਲ ਮਿਲਦਾ। ਇਹ ਉਹਦੀ ਰਿਲੀਜ਼ ਨੂੰ ਘੱਟ ਕਰ ਦਿੰਦਾ ਅਤੇ ਜਿਹੜੀ ਮੋਟਰ ਐਂਡ ਪਲੇਟਸ ਹੁੰਦੀਆਂ ਉਹਦੇ 'ਤੇ ਐਸੀਟਾਈਲ ਕੋਲੀਨ ਦੀ ਸੈਂਸਿਟੀਵਿਟੀ ਨੂੰ ਘਟਾ ਦਿੰਦਾ ਅਤੇ ਕੈਲਸ਼ੀਅਮ ਚੈਨਲਸ ਨੂੰ ਬਲੌਕ ਕਰ ਦਿੰਦਾ, ਜਿਹਦੇ ਨਾਲ ਇਹ ਸਿਗਨਲਿੰਗ ਦਾ ਜਿਹੜਾ ਕੰਮ ਹੈ ਉਸ ਨੂੰ ਘਟਾਉਂਦਾ ਹੈ। ਹੁਣ ਵਧਦੇ ਹਾਂ ਨੈਕਸਟ ਕੁਐਸਚਨ ਦੀ ਤਰਫ। ਟਰਾਂਸਫਰ ਆਫ ਫੰਕਸ਼ਨਸ ਆਫ ਕਾਰਪਸ ਲਿਊਟੀਅਮ ਟੂ ਪਲੇਸੈਂਟਾ। ਕਾਰਪਸ ਲਿਊਟੀਅਮ ਜਿਹੜਾ ਹੁੰਦਾ ਉਹਦੇ ਫੰਕਸ਼ਨਸ ਪਲੇਸੈਂਟਾ ਦੇ ਕੋਲ ਕਦੋਂ ਟਰਾਂਸਫਰ ਹੁੰਦੇ ਨੇ? ਪਲੇਸੈਂਟਾ ਨਾਭੀ ਨਾੜੀ ਨੂੰ ਵੀ ਕਹਿੰਦੇ ਨੇ, ਜਿਹੜੀ ਬੱਚੇ ਦੇ ਨਾਲ ਜੁੜੀ ਹੁੰਦੀ ਹੈ। ਤਾਂ ਕਹਿੰਦੇ ਕਾਰਪਸ ਲਿਊਟੀਅਮ ਆਪਣੇ ਫੰਕਸ਼ਨ ਉਹਨੂੰ ਕਦੋਂ ਟਰਾਂਸਫਰ ਕਰਦਾ ਹੈ? ਤੇ ਇਹਦਾ ਆਨਸਰ ਹੈ ਆਪਸ਼ਨ ਬੀ, 6 to 8 ਵੀਕਸ, 6 ਤੋਂ 8 ਹਫ਼ਤਿਆਂ ਬਾਅਦ। ਅਗਲੇ ਕੁਐਸਚਨ ਦੀ ਤਰਫ। ਨੰਬਰ ਆਫ ਪਲੇਸੈਂਟਾ ਇਨ ਮੋਨੋਜ਼ਾਈਗੋਟਿਕ ਟਵਿਨਸ। ਮੋਨੋਜ਼ਾਈਗੋਟਿਕ ਜਿਹੜੇ ਆਈਡੈਂਟੀਕਲ ਟਵਿਨਸ ਹੁੰਦੇ ਹੈ ਉਹਨਾਂ ਦੇ ਵਿੱਚ ਕਿੰਨੀ ਪਲੇਸੈਂਟਾ ਪ੍ਰੈਜ਼ੈਂਟ ਹੁੰਦੀ ਹੈ? ਤਾਂ ਇਹਦਾ ਆਨਸਰ ਹੈ ਆਪਸ਼ਨ ਏ, 1। ਮੋਨੋਜ਼ਾਈਗੋਟਿਕ ਟਵਿਨਸ ਦੇ ਵਿੱਚ ਇੱਕ ਹੀ ਪਲੇਸੈਂਟਾ ਪ੍ਰੈਜ਼ੈਂਟ ਹੁੰਦੀ ਹੈ। ਨੈਕਸਟ ਕੁਐਸਚਨ ਦੀ ਤਰਫ। ਗ੍ਰੈਂਡ ਮਲਟੀਪੈਰਾ। ਗ੍ਰੈਂਡ ਮਲਟੀਪੈਰਾ ਦਾ ਮਤਲਬ ਕੀ ਹੁੰਦਾ? ਇਹਦੇ 'ਚ ਆਪਸ਼ਨਸ ਨੇ ਲਾਈਵ ਬਰਥਸ ਮੋਰ ਦੈਨ 3, ਮੋਰ ਦੈਨ 2, ਮੋਰ ਦੈਨ 5, ਮੋਰ ਦੈਨ 10। ਤਾਂ ਮੋਰ ਦੈਨ 5 ਲਾਈਵ ਬਰਥਸ ਜਿਹੜੇ ਹੁੰਦੇ ਆ ਉਸ ਕੰਡੀਸ਼ਨ ਨੂੰ, ਉਸ ਟਰਮ ਨੂੰ ਆਪਾਂ ਕਹਿੰਦੇ ਹਾਂ ਗ੍ਰੈਂਡ ਮਲਟੀਪੈਰਾ। ਨੈਕਸਟ ਕੁਐਸਚਨ ਦੀ ਤਰਫ। The condition in which no sperms are found in semen is called as। ਜਦੋਂ ਸੀਮਨ ਦੇ ਵਿੱਚ ਕੋਈ ਵੀ ਸਪਰਮ ਨਾ ਪ੍ਰੈਜ਼ੈਂਟ ਹੋਵੇ ਤਾਂ ਇਸ ਕੰਡੀਸ਼ਨ ਨੂੰ ਆਪਾਂ ਕੀ ਕਹਿੰਦੇ ਹਾਂ? ਇਸ ਕੰਡੀਸ਼ਨ ਦਾ ਨਾਮ ਹੁੰਦਾ ਐਜ਼ੂਸਪਰਮੀਆ। ਐਜ਼ੂਸਪਰਮੀਆ ਇੱਕ ਮੈਡੀਕਲ ਕੰਡੀਸ਼ਨ ਹੈ ਜਿਹਦੇ ਵਿੱਚ ਮੈਨ ਹੂ ਸੀਮਨ ਕੰਟੇਨਸ ਨੋ ਸਪਰਮ, ਸੀਮਨ ਦੇ ਵਿੱਚ ਕੋਈ ਸਪਰਮ ਨਹੀਂ ਹੁੰਦਾ ਅਤੇ ਇਨਫਰਟਾਈਲ ਹੁੰਦਾ ਐਂਡ ਹੀ ਉਹ ਰੀਪਰੋਡਕਟਿਵ ਨਹੀਂ ਰਹਿ ਜਾਂਦਾ। ਅਤੇ ਇਹਦੇ ਲਈ ਕਾਫੀ ਸਾਰੇ ਜਿਹੜੇ ਨੇ ਮੈਡੀਕਲ ਟਰੀਟਮੈਂਟਸ ਪ੍ਰੈਜ਼ੈਂਟ ਨੇ। ਬਰਥ ਦੇ ਟਾਈਮ 'ਤੇ ਇੱਕ ਬੇਬੀ ਦਾ ਵਜ਼ਨ ਜੋ ਹੈ ਉਹ 3 ਕਿਲੋ ਹੈ। ਦੈਨ ਐਟ 5 ਮੰਥਸ, 5 ਮਹੀਨਿਆਂ ਬਾਅਦ ਉਸ ਦਾ ਵਜ਼ਨ ਕਿੰਨਾ ਹੋਣਾ ਚਾਹੀਦਾ? ਬਰਥ ਦੇ ਟਾਈਮ 'ਤੇ 3 ਕਿਲੋ ਹੈ ਅਤੇ 5 ਮਹੀਨਿਆਂ ਬਾਅਦ ਉਸ ਦਾ ਵਜ਼ਨ ਕਿੰਨਾ ਹੋਣਾ ਚਾਹੀਦਾ? ਅਤੇ ਇਹਦਾ ਆਨਸਰ ਹੈ 6 kg, ਆਪਸ਼ਨ ਬੀ। ਨੈਕਸਟ ਕੁਐਸਚਨ ਦੀ ਤਰਫ। ਵਿਚ ਆਫ ਦ ਫੋਲੋਇੰਗ ਫੋਂਟੈਨਲੀ ਇਨ ਦ ਚਾਈਲਡ ਇਜ਼ ਦ ਫਰਸਟ ਟੂ ਕਲੋਜ਼। ਫੋਂਟੈਨਲੀ ਦਾ ਮਤਲਬ ਹੁੰਦਾ ਜਿਹੜੇ ਬੇਬੀ ਦੇ ਸਿਰ ਦੇ ਵਿੱਚ ਸੌਫਟ ਸਪੋਰਟਸ ਹੁੰਦੇ ਆ ਸਟਾਰਟਿੰਗ ਦੇ ਵਿੱਚ ਹੱਡੀਆਂ ਦੇ ਵਿਚਕਾਰ, ਉਹਨਾਂ ਨੂੰ ਆਪਾਂ ਫੋਂਟੈਨਲੀ ਕਹਿੰਦੇ ਹਾਂ। ਅਤੇ ਸਭ ਤੋਂ ਪਹਿਲਾਂ ਸਿਰ ਦੀ ਹੱਡੀਆਂ ਕਿਹੜੀ ਹੱਡੀ ਹੈ ਜਿਹਦਾ ਫੋਂਟੈਨਲੀ ਕਲੋਜ਼ ਹੁੰਦਾ, ਬੰਦ ਹੁੰਦਾ? ਤਾਂ ਇਹਦਾ ਆਨਸਰ ਹੈ ਆਪਸ਼ਨ ਬੀ, ਓਸੀਪਿਟਲ ਬੋਨ। ਜਿਹੜਾ ਸਕਲ ਹੈ ਆਪਣਾ, ਉਹਦੇ ਪਿਛਲੇ ਪਾਸੇ ਇੱਕ ਓਸੀਪਿਟਲ ਬੋਨ ਹੁੰਦੀ ਹੈ ਟ੍ਰੈਪੀਜ਼ੋਇਡ ਦੀ ਫੋਰਮ ਦੇ ਵਿੱਚ, ਜੋ ਕਿ ਕਬਡ ਲਾਈਕ ਅ ਸੋਸਰ, ਸੋਸਰ ਹੁੰਦਾ ਚਾਹ ਦੀ ਪਿਆਲੀ ਜਿਹਨੂੰ ਆਪਾਂ ਕਹਿੰਦੇ ਹਾਂ, ਉੱਦਾਂ ਦੀ ਸ਼ੇਪਡ ਦੀ ਇੱਕ ਬੋਨ ਹੁੰਦੀ ਹੈ ਅਤੇ ਇਹ ਆਪਣੇ ਸਿਰ ਦੇ ਪਿਛਲੇ ਪਾਸੇ ਹੁੰਦੀ ਹੈ। ਤਾਂ ਜਿਹੜਾ ਫੋਂਟੈਨਲੀ ਸਭ ਤੋਂ ਪਹਿਲਾਂ ਬੰਦ ਹੁੰਦਾ ਉਹ ਇਸ ਬੋਨ ਦਾ ਬੰਦ ਹੁੰਦਾ। ਮੈਂ ਤੁਹਾਨੂੰ ਫੋਟੋ ਦੇ ਵਿੱਚ ਓਸੀਪਿਟਲ ਬੋਨ ਵੀ ਦਿਖਾ ਰਿਹਾ ਅਤੇ ਫੋਂਟੈਨਲੀ ਕਿੱਦਾਂ ਪ੍ਰੈਜ਼ੈਂਟ ਹੁੰਦਾ ਉਹ ਵੀ ਦਿਖਾ ਰਿਹਾ। ਹੁਣ ਵਧਦੇ ਹਾਂ ਨੈਕਸਟ ਕੁਐਸਚਨ ਦੀ ਤਰਫ। ਵਿਚ ਆਫ ਦ ਫੋਲੋਇੰਗ ਇਜ਼ ਮੋਸਟ ਇਫੈਕਟਿਵ ਟਰੀਟਮੈਂਟ ਫॉर ਚਿਲਡਰਨ ਸਫਰਿੰਗ ਫਰੋਮ ਥੈਲਾਸੀਮੀਆ। ਥੈਲਾਸੀਮੀਆ, ਆਪਾਂ ਨੂੰ ਇਹ ਬਿਮਾਰੀ ਦਾ ਨਾਮ ਪਤਾ ਹੈ। ਥੈਲਾਸੀਮੀਆ ਹੁੰਦੀ ਹੈ ਜਦੋਂ ਬੱਚੇ ਦੇ ਵਿੱਚ ਬਲੱਡ ਨਹੀਂ ਬਣਦਾ, ਜਿਹਨੂੰ ਹਰ ਸਮੇਂ ਬਾਅਦ ਰੈਗੂਲਰ ਪੀਰੀਅਡਸ 'ਤੇ ਬਾਰ-ਬਾਰ ਉਹਨੂੰ ਬਲੱਡ ਚੜ੍ਹਾਇਆ ਜਾਂਦਾ ਹੈ, ਉਸ ਟਰੀਟਮੈਂਟ ਨੂੰ ਕਹਿੰਦੇ ਨੇ ਥੈਲਾਸੀਮੀਆ। ਇਹਦਾ ਕਾਰਨ ਹੁੰਦਾ ਬੋਨ ਮੈਰੋ ਦਾ ਕੰਮ ਨਾ ਕਰਨਾ। ਅਤੇ ਇਹਦਾ ਮੋਸਟ ਇਫੈਕਟਿਵ ਟਰੀਟਮੈਂਟ ਕੀ ਮੰਨਿਆ ਜਾਂਦਾ ਹੈ? ਤਾਂ ਇਹਦਾ ਮੋਸਟ ਇਫੈਕਟਿਵ ਟਰੀਟਮੈਂਟ ਜੋ ਹੈ ਉਹ ਹੈ ਬੋਨ ਮੈਰੋ ਟਰਾਂਸਪਲਾਂਟੇਸ਼ਨ।
ਕਿ ਬੋਨ ਮੈਰੋ ਨੂੰ ਟ੍ਰਾਂਸਪਲਾਂਟ ਕੀਤਾ ਜਾ ਸਕੇ ਤਾਂ ਕਿ ਉਹ ਸਰੀਰ ਦੇ ਵਿੱਚ ਦੁਬਾਰਾ ਤੋਂ ਬਲੱਡ ਸਿੰਥੇਸਿਸ ਦਾ ਕੰਮ ਸਟਾਰਟ ਕਰ ਸਕੇ। ਬਲੱਡ ਦੀ ਫਾਰਮੇਸ਼ਨ ਦੇ ਪ੍ਰੋਸੈਸ ਨੂੰ ਆਪਾਂ ਕਹਿੰਦੇ ਹਾਂ ਐਰੀਥਰੋਪੋਇਸਿਸ। ਤਾਂ ਉਹ ਕੰਮ ਜਿਹੜਾ ਹੈ ਉਹ ਬੋਨ ਮੈਰੋ ਕਰਦੀ ਹੈ ਅਤੇ ਬੋਨ ਮੈਰੋ ਦੇ ਟ੍ਰਾਂਸਪਲਾਂਟ ਦੇ ਨਾਲ ਥੈਲਾਸੀਮੀਆ ਦੀ ਪ੍ਰੋਬਲਮ ਨੂੰ ਠੀਕ ਕੀਤਾ ਜਾ ਸਕਦਾ ਹੈ। ਇਸ ਟ੍ਰੀਟਮੈਂਟ ਦੇ ਵਿੱਚ ਸਟੀਰੋਇਡਸ ਨੂੰ ਯੂਜ਼ ਕੀਤਾ ਜਾਂਦਾ ਹੈ। ਇਨਫਲਾਮੇਟਰੀ ਕੰਡੀਸ਼ਨ ਜਦੋਂ ਸੂਜਨ ਹੁੰਦੀ ਹੈ ਤਾਂ ਸਟੀਰੋਇਡ ਉਹ ਸੂਜਨ ਨੂੰ ਘਟਾਉਂਦੇ ਨੇ। ਐਂਡ ਦੇ ਮੇ ਆਲਸੋ ਬੀ ਯੂਜ਼ ਸਿਲੈਕਟਿਵਲੀ ਟੂ ਟ੍ਰੀਟ ਇਨਫਲਾਮੇਟਰੀ ਕੰਡੀਸ਼ਨ ਸੱਚ ਐਜ਼ ਰੂਮੈਟੋਇਡ ਆਰਥਰਾਈਟਿਸ, ਲਿਊਪਿਨਸ, ਸੋਜਰਨਸ ਸਿੰਡਰੋਮ ਔਰ ਗਾਊਟ। ਜਿਹੜੇ ਸਟੀਰੋਇਡਸ ਦੇ ਇੰਜੈਕਸ਼ਨ ਲਗਾਏ ਜਾਂਦੇ ਆ ਆਰਥਰਾਈਟਿਸ ਦੇ ਵਿੱਚ, ਗਠੀਏ ਦੇ ਵਿੱਚ, ਲਿਊਪਸ ਦੇ ਵਿੱਚ, ਗਾਊਟ ਦੇ ਵਿੱਚ। ਹੁਣ ਵਧਦੇ ਹਾਂ ਨੈਕਸਟ ਕੁਐਸਚਨ ਦੀ ਤਰਫ। ਮੈਨੇਜਮੈਂਟ ਆਫ ਚਾਈਲਡ ਡਿਊਰਿੰਗ ਟੈਂਪਰ ਟੈਂਟਰਮ ਇੰਕਲੂਡ ਆਲ ਐਕਸੈਪਟ। ਜਦੋਂ ਟੈਂਪਰ ਟੈਂਟਰਮ ਦਾ ਮੈਨੇਜਮੈਂਟ ਕੀਤੀ ਜਾਂਦੀ ਹੈ ਇੱਕ ਬੱਚੇ ਲਈ ਤਾਂ ਇਹਨਾਂ ਵਿੱਚੋਂ ਕਿਹੜੀਆਂ ਚੀਜ਼ਾਂ ਨੇ ਉਹ ਕੀਤੀਆਂ ਜਾਂਦੀਆਂ ਐਕਸੈਪਟ ਇੱਕ ਇਹੋ ਜਿਹੀ ਜਿਹਨਾਂ ਨਹੀਂ ਕਰਨੀ ਚਾਹੀਦੀ। ਟੈਂਪਰ ਟੈਂਟਰਮ ਦਾ ਮਤਲਬ ਹੁੰਦਾ ਜਦੋਂ ਬੱਚਿਆਂ ਦੇ ਇਮੋਸ਼ਨ ਆਊਟਬਰਸਟ ਹੁੰਦੇ ਨੇ, ਉਹ ਬਹੁਤ ਜ਼ਿਆਦਾ ਇਰੀਟੇਟਿਡ ਬਿਹੇਵ ਕਰਦੇ ਨੇ, ਬਹੁਤ ਉੱਚੀ ਉੱਚੀ ਚੀਕਾਂ ਮਾਰਦੇ ਨੇ। ਅਤੇ ਉਸ ਟਰੀਟਮੈਂਟ ਮੈਨੇਜਮੈਂਟ ਦੇ ਵਿੱਚ ਪੇਰੈਂਟਸ ਵੱਲੋਂ ਕੀ ਕੀ ਚੀਜ਼ਾਂ ਕੀਤੀਆਂ ਜਾਂਦੀਆਂ। ਪੇਰੈਂਟਸ ਸ਼ੁੱਡ ਬੀ ਕਾਮ, ਫਰਮ ਐਂਡ ਲਵਿੰਗ। ਬੱਚੇ ਨੂੰ ਪ੍ਰੋਟੈਕਟ ਕਰਨ, ਕੋਈ ਇੰਜਰੀ ਨਾ ਹੋਵੇ ਉਸ ਟਾਈਮ 'ਤੇ ਉਹਨੂੰ, ਅਤੇ ਉਹਦਾ ਧਿਆਨ ਉਸ ਚੀਜ਼ ਤੋਂ ਭਟਕਾਉਣ ਦੀ ਕੋਸ਼ਿਸ਼ ਕਰਨ। ਤਾਂ ਇਹਨਾਂ ਵਿੱਚੋਂ ਕਿਹੜੀ ਚੀਜ਼ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ? ਐਕਸੈਪਸ਼ਨ 'ਚ ਇੱਕੋ ਹੀ ਚੀਜ਼ ਆਉਂਦੀ ਹੈ, ਸਕੋਲਡ। ਬੱਚੇ ਨੂੰ ਡਾਂਟ ਕੇ ਮਾਰਨਾ ਨਹੀਂ ਚਾਹੀਦਾ। ਨੈਕਸਟ ਆਉਂਦਾ ਕੁਐਸਚਨ 35, ਵਿਚ ਆਫ ਦ ਫੋਲੋਇੰਗ ਇਜ਼ ਨੋਟ ਕਲੀਨਿਕਲ ਮੈਨੀਫੈਸਟੇਸ਼ਨ ਆਫ ਮਰੈਸਮਸ। ਮਰੈਸਮਸ ਇੱਕ ਨਿਊਟ੍ਰੀਸ਼ਨਲ ਡਿਸਆਰਡਰ ਹੈ ਜੋ ਬੱਚਿਆਂ ਦੇ ਵਿੱਚ ਆਉਂਦਾ, ਕੁਪੋਸ਼ਣ ਦਾ ਸ਼ਿਕਾਰ ਹੁੰਦੇ ਨੇ, ਉਹਨਾਂ ਦੇ ਵਿੱਚ ਮਰੈਸਮਸ ਦੀ ਬਿਮਾਰੀ ਹੁੰਦੀ ਹੈ। ਅਤੇ ਇਹਦੇ ਵਿੱਚੋਂ ਕਹਿੰਦੇ ਨੇ ਕਿਹੜਾ ਜਿਹੜਾ ਕਲੀਨਿਕਲ ਮੈਨੀਫੈਸਟੇਸ਼ਨ ਨਹੀਂ ਹੈ। ਤਾਂ ਉਹਦਾ ਆਨਸਰ ਹੈ ਆਪਸ਼ਨ ਏ, ਅਡੀਮਾ। ਅਡੀਮਾ ਹੁੰਦਾ ਮੋਟਾਪਾ ਆ ਜਾਣਾ, ਪਰ ਮਰੈਸਮਸ ਦੇ ਵਿੱਚ ਕੀ ਹੁੰਦਾ ਹੈ? ਡਿਪਲੀਸ਼ਨ ਆਫ ਫੈਟ ਐਂਡ ਐਡੀਪੋਸ ਟਿਸ਼ੂ। ਬੱਚਾ ਸੁੱਕ ਜਾਂਦਾ ਅਤੇ ਉਹਦੇ ਵਿੱਚ ਅਡੀਮਾ ਨਹੀਂ ਹੁੰਦਾ, ਮੋਟਾਪਾ ਨਹੀਂ ਹੁੰਦਾ। 36th question, in which age group diphtheria is commonly found? diphtheria ਨਾਮ ਦੀ ਬਿਮਾਰੀ ਕਿਹੜੇ ਏਜ ਗਰੁੱਪ ਦੇ ਵਿੱਚ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ? ਤਾਂ ਆਨਸਰ ਹੈ 1 ਤੋਂ 5 ਸਾਲ ਦੀ ਉਮਰ ਦੇ ਵਿੱਚ ਇਹ ਬਿਮਾਰੀ ਸਭ ਤੋਂ ਕਾਮਨ ਦੇਖਣ ਨੂੰ ਮਿਲਦੀ ਹੈ। ਇੱਕ ਨਿਊਬੋਰਨ ਬੱਚੇ ਦੀ ਲੈਂਥ ਕਿੰਨੀ ਹੋਣੀ ਚਾਹੀਦੀ ਹੈ? ਨਿਊਬੋਰਨ ਬੇਬੀ ਦੀ ਲੈਂਥ ਕਿੰਨੀ ਹੋਣੀ ਚਾਹੀਦੀ ਹੈ? ਤਾਂ ਇਹਦਾ ਆਨਸਰ ਹੈ ਆਪਸ਼ਨ ਬੀ, 50। ਇਹਦੀ ਇਮੇਜ ਵੀ ਮੈਂ ਤੁਹਾਨੂੰ ਦਿਖਾ ਰਿਹਾ ਵਿੱਚ। ਨੈਕਸਟ ਕੁਐਸਚਨ ਦੀ ਤਰਫ। A nurse is assessing a 1-month-old baby and notes that the baby has low set ears. This may indicate। ਇੱਕ ਨਰਸ 1 ਮਹੀਨੇ ਦੇ ਬੱਚੇ ਨੂੰ ਜਾਂਚ ਪੜਤਾਲ ਕਰਦੀ ਹੈ ਤਾਂ ਉਹਨੂੰ ਪਤਾ ਲੱਗਦਾ ਕਿ ਬੱਚੇ ਦੇ ਲੋ ਸੈਟ ਈਅਰਸ ਨੇ। ਅਤੇ ਇਸ ਚੀਜ਼ ਤੋਂ ਉਹਨੂੰ ਕੀ ਇੰਡੀਕੇਟ ਹੋਣਾ ਚਾਹੀਦਾ? ਇਹ ਕਿਹੜੀ ਚੀਜ਼ ਦਾ ਸਿੰਪਟਮ ਹੈ? ਤਾਂ ਇਹ ਕਿਹੜੀ ਚੀਜ਼ ਦਾ ਸਿੰਪਟਮ ਹੈ? ਡਾਊਨ ਸਿੰਡਰੋਮ ਦਾ। ਡਾਊਨ ਸਿੰਡਰੋਮ ਦੀ ਮੈਂ ਤੁਹਾਨੂੰ ਫੋਟੋ ਦਿਖਾ ਰਿਹਾ। ਆਪਾਂ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਇਸ ਤਰ੍ਹਾਂ ਦਾ ਪੇਸ਼ੈਂਟ ਜ਼ਰੂਰ ਦੇਖਦੇ ਹਾਂ। ਡਾਊਨ ਸਿੰਡਰੋਮ ਇਹ ਇੱਕ ਜੈਨੇਟਿਕ ਡਿਸਆਰਡਰ ਹੁੰਦਾ ਜਿਹਦੇ ਵਿੱਚ ਕੀ ਹੁੰਦਾ 21 ਕ੍ਰੋਮੋਜ਼ੋਮ ਜਿਹੜਾ ਹੁੰਦਾ ਉਹਦੀ ਐਬਨੋਰਮੈਲਿਟੀ ਹੋ ਜਾਂਦੀ ਹੈ। ਠੀਕ ਹੈ। ਦਿਸ ਐਕਸਟਰਾ ਜੈਨੇਟਿਕ ਮਟੀਰੀਅਲ ਕਾਜ਼ਿਜ਼ ਦੀ ਡਿਵੈਲਪਮੈਂਟ ਆਫ ਚੇਂਜਿਸ। ਇੱਕ ਐਕਸਟਰਾ ਕ੍ਰੋਮੋਜ਼ੋਮ ਹੋਣ ਦੇ ਕਾਰਨ ਇੱਦਾਂ ਦੀ ਕੰਡੀਸ਼ਨ ਆਉਂਦੀ ਹੈ ਅਤੇ ਇਸ ਪ੍ਰੋਬਲਮ ਨੂੰ ਆਪਾਂ ਕਹਿੰਦੇ ਹਾਂ ਡਾਊਨ ਸਿੰਡਰੋਮ। ਮੈਂ ਤੁਹਾਨੂੰ ਫੋਟੋ ਦਿਖਾ ਰਿਹਾ ਕਿ ਡਾਊਨ ਸਿੰਡਰੋਮ ਦੇ ਵਿੱਚ ਬੇਬੀ ਕਿੱਦਾਂ ਦੇ ਹੁੰਦੇ ਆ ਜਾਂ ਬੱਚੇ ਕਿੱਦਾਂ ਦੇ ਹੁੰਦੇ ਆ, ਉਹਨਾਂ ਦੇ ਕੀ ਕੀ ਫੀਚਰਸ ਹੁੰਦੇ ਆ। ਨੈਕਸਟ ਕੁਐਸਚਨ, ਇਨ ਐਨ ਇਨਫੈਂਟ ਮੋਰੋ ਰਿਫਲੈਕਸ ਡਿਸਅਪੀਅਰਸ ਬਾਏ। ਜਿਹੜਾ ਮੋਰੋ ਰਿਫਲੈਕਸ ਹੁੰਦਾ ਉਹ ਇਨਫੈਂਟ ਦੇ ਵਿੱਚ ਜਦੋਂ ਬੇਬੀ ਦਾ ਬਰਥ ਹੁੰਦਾ ਤਾਂ ਕਿੰਨੀ ਸਮੇਂ ਬਾਅਦ ਉਹ ਮੋਰੋ ਰਿਫਲੈਕਸ ਚਲਾ ਜਾਂਦਾ ਹੈ। ਮੋਰੋ ਰਿਫਲੈਕਸ ਦਾ ਮਤਲਬ ਕੀ ਹੁੰਦਾ ਤੁਹਾਨੂੰ ਦੱਸਦੇ ਹਾਂ। ਮੋਰੋ ਰਿਫਲੈਕਸ ਦਾ ਮਤਲਬ ਹੁੰਦਾ ਕਿ ਬੱਚੇ ਦੇ ਵਿੱਚ ਇੱਕ ਇਹੋ ਜਿਹਾ ਰਿਫਲੈਕਸ ਆਉਂਦਾ ਜਿਹਦੇ ਵਿੱਚ ਬੱਚੇ ਨੂੰ ਇੰਝ ਲੱਗਦਾ ਕਿ ਉਹ ਡਿੱਗ ਰਿਹਾ। ਅਤੇ ਇਹ ਰਿਫਲੈਕਸ ਕਦੋਂ ਡਿਸਅਪੀਅਰ ਹੁੰਦਾ? ਤਾਂ ਆਪਸ਼ਨ ਬੀ ਇਜ਼ ਦੀ ਆਨਸਰ 6 ਮੰਥਸ, 6 ਮਹੀਨਿਆਂ ਬਾਅਦ। A newborn baby is placed under phototherapy for neonatal hyperbilirubinemia. The nurse explains the mechanism of action of phototherapy as।
ਹਾਈਪਰ ਬਿਲੀਰੂਬਿਨੇਮੀਆ ਦੇ ਵਿੱਚ ਇੱਕ ਨਿਊਬੋਰਨ ਬੇਬੀ ਨੂੰ ਫੋਟੋਥੈਰੇਪੀ ਦੇ ਅੰਦਰ ਰੱਖਿਆ ਜਾਂਦਾ ਹੈ ਅਤੇ ਇਸ ਪ੍ਰੋਸੈਸ ਨੂੰ ਇੱਕ ਨਰਸ ਹੈ ਉਹ ਕਿੱਦਾਂ ਐਕਸਪਲੇਨ ਕਰਦੀ ਹੈ। ਤਾਂ ਇਹਦਾ ਆਨਸਰ ਹੈ ਆਪਸ਼ਨ ਬੀ, ਕਨਵਰਟਸ ਅਨਕੰਜੂਗੇਟਿਡ ਬਿਲੀਰੂਬਿਨ ਟੂ ਸੋਲਿਊਬਲ ਬਿਲੀਰੂਬਿਨ। ਜਿਹੜਾ ਬਿਲੀਰੂਬਿਨ ਆਪਣੇ ਅੰਦਰ ਪ੍ਰੈਜ਼ੈਂਟ ਹੁੰਦਾ, ਬਿਲੀਰੂਬਿਨ ਇੱਕ ਪਿਗਮੈਂਟ ਹੁੰਦਾ ਅਤੇ ਉਹ ਜਿਹੜਾ ਪਿਗਮੈਂਟ ਹੈ ਉਹ ਅਨਕੰਜੂਗੇਟਿਡ ਹੁੰਦਾ ਅਤੇ ਉਹਨੂੰ ਸੋਲਿਊਬਲ ਫੋਰਮ ਦੇ ਵਿੱਚ ਚੇਂਜ ਕਰ ਦਿੱਤਾ ਜਾਂਦਾ ਹੈ। ਇਸ ਪ੍ਰੋਸੈਸ ਨੂੰ ਕਹਿੰਦੇ ਨੇ ਫੋਟੋਥੈਰੇਪੀ। 41 question. Which of the following is commonest surgical disorder of stomach during infancy? ਇਹਦੇ ਵਿੱਚੋਂ ਕਿਹੜਾ ਸਭ ਤੋਂ ਕਾਮਨ ਸਰਜੀਕਲ ਡਿਸਆਰਡਰ ਹੁੰਦਾ ਡਿਊਰਿੰਗ ਇਨਫੈਂਸੀ ਦੇ ਟਾਈਮ 'ਤੇ? ਅਤੇ ਇਹਦਾ ਆਨਸਰ ਹੈ ਪਾਇਲੋਰਿਕ ਸਟੈਨੋਸਿਸ। ਪਾਇਲੋਰਿਕ ਸਟੈਨੋਸਿਸ ਦਾ ਕੀ ਮਤਲਬ ਹੈ? is narrowing of opening of stomach to the first part of the small intestine। ਜਿਹੜਾ ਸਟਮਕ ਦੇ ਪਾਰਟਸ ਹੁੰਦੇ ਨੇ ਬੋਡੀ, ਫੰਡਸ, ਕਾਰਡੀਅਕ ਐਂਡ ਪਾਇਲੋਰਸ। ਜਿਹੜਾ ਪਾਇਲੋਰਸ ਪਾਰਟ ਹੈ ਉਹ ਇੰਟੈਸਟਾਈਨ ਦੀ ਤਰਫ ਨੂੰ ਖੁੱਲ੍ਹਦਾ ਹੈ। ਜਦੋਂ ਉਹ ਪਾਰਟ ਛੋਟਾ ਹੋ ਜਾਂਦਾ, ਨੈਰੋ ਹੋ ਜਾਂਦਾ, ਉਸ ਨੂੰ ਕਹਿੰਦੇ ਆਪਾਂ ਪਾਇਲੋਰਿਕ ਸਟੈਨੋਸਿਸ। ਇਹਦੇ ਵਿੱਚ ਕੀ ਸਿੰਪਟਮਸ ਹੁੰਦੇ ਨੇ? ਇੱਕ ਬਹੁਤ ਜ਼ਿਆਦਾ ਵੋਮਿਟਿੰਗ ਆਉਂਦੀ ਹੈ ਬਿਨਾਂ ਬਾਇਲ ਦੀ ਪ੍ਰੈਜ਼ੈਂਸ 'ਤੇ। 42nd question. Which of the following is not a characteristic of pathological jaundice in newborn baby? ਇੱਕ ਨਿਊਬੋਰਨ ਦੇ ਵਿੱਚ ਪੈਥੋਲੋਜੀਕਲ ਜੌਂਡਿਸ ਦਾ ਕਿਹੜਾ ਕਰੈਕਟਰਿਸਟਿਕ ਹੈ ਜੋ ਨਹੀਂ ਹੈ? ਸੀਰਮ ਬਿਲੀਰੂਬਿਨ ਲੈਵਲ ਡਜ਼ ਨੋਟ ਐਕਸੀਡ 15 mg। 15 mg ਤੋਂ ਵੱਧ ਦੇ ਲੈਵਲਸ ਹੋ ਜਾਂਦੇ ਆ, ਇਸ ਲਈ ਆਪਸ਼ਨ ਸੀ ਇਜ਼ ਦੀ ਰਾਈਟ ਆਨਸਰ। ਹੁਣ ਵੱਧਦੇ ਹਾਂ ਆਪਾਂ ਨੈਕਸਟ ਕੁਐਸਚਨ ਦੀ ਤਰਫ। A research study describing the evolution of nursing education in India is an example of। ਨਰਸਿੰਗ ਐਜੂਕੇਸ਼ਨ ਦੇ ਐਵੋਲਿਊਸ਼ਨ 'ਤੇ ਜਿਹੜੀ ਸਟੱਡੀ ਕੀਤੀ ਗਈ ਹੈ ਉਹ ਕਿਹਦੀ ਐਗਜ਼ਾਮਪਲ ਹੈ ਇਹਨਾਂ ਚਾਰ ਆਪਸ਼ਨਸ 'ਚੋਂ? ਲੌਂਗੀਟਿਊਡਨਲ ਸਟੱਡੀ, ਐਕਸਪੈਰੀਮੈਂਟਲ ਸਟੱਡੀ, ਇਵੈਲੂਏਟਿਵ ਸਟੱਡੀ, ਹਿਸਟੋਰੀਕਲ ਸਟੱਡੀ। ਤਾਂ ਆਨਸਰ ਹੈ ਹਿਸਟੋਰੀਕਲ ਸਟੱਡੀ। ਹਿਸਟੋਰੀਕਲ ਸਟੱਡੀ ਕੀ ਹੁੰਦੀ ਹੈ? ਇਹਦੇ ਵਿੱਚ ਬਹੁਤ ਸਾਰੇ ਫੈਕਟਸ, ਡੇਟਸ, ਈਵੈਂਟਸ ਹੁੰਦੇ ਆ। ਠੀਕ ਹੈ। ਦ 4-year ਬੈਚਲਰ of arts program focuses on historical developments, events, socials, culture conditions, major turning points and the lives of people who shaped them। next question ਦੀ ਤਰਫ। accuracy and consistency of a research tool is known as। ਇੱਕ ਰਿਸਰਚ ਟੂਲ ਦੀ ਐਫੀਸ਼ੀਐਂਸੀ, ਐਕਿਊਰੇਸੀ, ਕੰਸਿਸਟੈਂਸੀ ਨੂੰ ਆਪਾਂ ਕੀ ਕਹਿੰਦੇ ਆ? ਰਿਲਾਇਬਿਲਿਟੀ ਹੁੰਦਾ ਜਿਹਦੇ 'ਤੇ ਆਪਾਂ ਡਿਪੈਂਡ ਹੋ ਕੇ ਰਹਿ ਸਕੀਏ। ਆਪਾਂ ਕਹੀਦਾ ਸਮਟਾਈਮਸ ਦਿਸ ਪਰਸਨ ਇਜ਼ ਰਿਲਾਇਬਲ ਮਤਲਬ ਆਪਾਂ ਉਹਦੇ 'ਤੇ ਭਰੋਸਾ ਕਰ ਸਕਦੇ ਹਾਂ, ਆਪਾਂ ਉਹਦੇ 'ਤੇ ਡਿਪੈਂਡ ਹੋ ਸਕਦੇ ਹਾਂ। ਤਾਂ ਉਸ ਚੀਜ਼ ਨੂੰ ਆਪਾਂ ਕਹਿੰਦੇ ਹਾਂ ਰਿਲਾਇਬਿਲਿਟੀ। ਅਤੇ ਕਿਸੇ ਟੂਲ ਦੇ ਵਿੱਚ ਐਕਿਊਰੇਸੀ ਅਤੇ ਕੰਸਿਸਟੈਂਸੀ ਹੋਣਾ ਉਹਦੇ ਰਿਲਾਇਬਿਲਿਟੀ ਨੂੰ ਸ਼ੋ ਕਰਦਾ ਹੈ। ਨੈਕਸਟ ਕੁਐਸਚਨ। ਵਿਚ ਆਫ ਦ ਫੋਲੋਇੰਗ ਇਜ਼ ਨੋਟ ਅ ਪ੍ਰੋਕਸੀਮੇਟ ਪ੍ਰਿੰਸੀਪਲ। ਇਹਦੇ ਵਿੱਚੋਂ ਕਿਹੜਾ ਹੈ ਜੋ ਕਿ ਪ੍ਰੋਕਸੀਮੇਟ ਪ੍ਰਿੰਸੀਪਲ ਨਹੀਂ ਹੈ? ਖਾਣੇ ਦੇ ਵਿੱਚ ਜਿਹੜੀਆਂ 3 ਮੇਨ ਚੀਜ਼ਾਂ ਹੁੰਦੀਆਂ ਨੇ, ਕਾਰਬੋਹਾਈਡਰੇਟਸ, ਫੈਟਸ ਐਂਡ ਪ੍ਰੋਟੀਨਸ। ਇਹ 3 ਪ੍ਰਿੰਸੀਪਲ ਚੀਜ਼ਾਂ ਨੇ ਜੋ ਕਿ ਪ੍ਰੈਜ਼ੈਂਟ ਹੋਣੀਆਂ ਜ਼ਰੂਰੀ ਮੰਨੀਆਂ ਜਾਂਦੀਆਂ ਨੇ। ਅਤੇ ਇਹਨਾਂ ਤੋਂ ਇਲਾਵਾ ਜੋ ਨਹੀਂ ਹੈ ਪ੍ਰੋਕਸੀਮੇਟ ਪ੍ਰਿੰਸੀਪਲ, ਤਾਂ ਆਨਸਰ ਸੀ ਹੈ ਵਿਟਾਮਿਨ। ਵਿਟਾਮਿਨ ਏ ਦੀ ਡੇਲੀ ਇਨਟੇਕ ਰੀਕਮੈਂਡਡ ਜਿਹੜੀ ਹੁੰਦੀ ਹੈ ਉਹ ਕਿੰਨੀ ਹੋਣੀ ਚਾਹੀਦੀ ਹੈ? ਤਾਂ ਉਹਦਾ ਆਨਸਰ ਹੈ ਆਪਸ਼ਨ ਡੀ 600 mcg। ਨੈਕਸਟ ਕੁਐਸਚਨ। ਆਇਡੈਂਟੀਫਾਈ ਦ ਮਿਨਰਲ ਵਿਚ ਇਜ਼ ਰਿਸਪੋਂਸੀਬਲ ਫॉर ਮਾਇਓਕਾਰਡੀਅਲ ਕੰਟਰੈਕਸ਼ਨ ਐਂਡ ਰਿਲੈਕਸੇਸ਼ਨ। ਕਿਹੜਾ ਮਿਨਰਲ ਹੈ ਜੋ ਰਿਸਪੋਂਸੀਬਲ ਹੁੰਦਾ ਮਾਇਓਕਾਰਡੀਅਲ ਕੰਟਰੈਕਸ਼ਨ ਅਤੇ ਰਿਲੈਕਸੇਸ਼ਨ ਲਈ? ਮਾਇਓਕਾਰਡੀਅਲ ਹੁੰਦੇ ਨੇ ਜਿਹੜੇ ਹਾਰਟ ਦੇ ਮਸਲਸ ਦੀ ਕੰਟਰੈਕਸ਼ਨ ਅਤੇ ਰਿਲੈਕਸੇਸ਼ਨ ਦੇ ਵਿੱਚ ਕਿਹੜਾ ਮਿਨਰਲ ਜਿਹੜਾ ਹੁੰਦਾ ਰਿਸਪੋਂਸੀਬਲ ਹੁੰਦਾ? ਅਤੇ ਇਹਦਾ ਆਨਸਰ ਹੈ ਆਪਸ਼ਨ ਸੀ ਪੋਟੈਸ਼ੀਅਮ। ਪੋਟੈਸ਼ੀਅਮ ਹੈ ਉਹ ਇਸ ਕੰਮ ਨੂੰ ਕਰਦਾ ਹੈ। ਵਾਇਰਸਿਸ ਦੈਟ ਆਰ ਪੈਰਾਸਾਈਟਸ ਆਫ ਬੈਕਟੀਰੀਆ which contains a nucleic acid core and a protein coat are called as। ਇੱਕ ਇਹ ਜਿਹਾ ਵਾਇਰਸ ਜੋ ਬੈਕਟੀਰੀਆ ਦਾ ਪੈਰਾਸਾਈਟ ਹੁੰਦਾ ਹੈ, ਬੈਕਟੀਰੀਆ ਨੂੰ ਮਾਰਨ ਵਾਲੇ ਵਾਇਰਸ ਨੂੰ ਕੀ ਕਹਿੰਦੇ ਆ ਜਿਹਦੇ ਵਿੱਚ ਨਿਊਕਲਿਕ ਐਸਿਡ ਕੋਰ ਹੁੰਦਾ, ਪ੍ਰੋਟੀਨ ਕੋਟ ਹੁੰਦਾ, ਅਤੇ ਇਹਦਾ ਆਨਸਰ ਹੈ ਬੈਕਟੀਰੀਓਫੇਜਿਸ।
ਬੈਕਟੀਰੀਓਫੇਜਿਸ ਉਹ ਵਾਇਰਸਿਸ ਹੁੰਦੇ ਨੇ ਜੋ ਬੈਕਟੀਰੀਆ ਨੂੰ ਖਾਂਦੇ ਨੇ, ਉਹਦੇ ਉੱਪਰ ਪੈਰਾਸਾਈਟ ਬਣ ਕੇ ਉਹਦੇ ਹੋਸਟਸ ਨੂੰ ਡਿਸਟਰੋਏ ਕਰ ਦਿੰਦੇ ਨੇ, ਉਹਨਾਂ ਨੂੰ ਆਪਾਂ ਕਹਿੰਦੇ ਆ ਬੈਕਟੀਰੀਓਫੇਜ। Next question is a normal amount of inspiratory reserve volume in an adult is। ਇੱਕ adult ਦੇ ਵਿੱਚ inspiratory reserve volume ਕਿੰਨੀ ਹੁੰਦੀ ਹੈ? inspiratory reserve volume ਆਪਣੀ respiration ਦੇ ਨਾਲ indicate ਕੀਤੀ ਜਾਂਦੀ ਹੈ, ਤੇ ਇੱਥੇ ਕਾਫੀ ਸਾਰੀਆਂ ਵੋਲਿਊਮਸ ਹੁੰਦੀਆਂ ਜਿਵੇਂ ਐਕਸਪੀਰੇਟਰੀ ਰਿਜ਼ਰਵ ਵੋਲਿਊਮ, ਇੰਸਪੀਰੇਟਰੀ ਵੋਲਿਊਮ, ਐਕਸਪੀਰੇਟਰੀ ਵੋਲਿਊਮ, ਟਾਈਡਲ ਵੋਲਿਊਮ। ਤਾਂ ਉਹਦੇ ਵਿੱਚੋਂ ਇੰਸਪੀਰੇਟਰੀ ਰਿਜ਼ਰਵ ਵੋਲਿਊਮ ਦੀ ਜਿਹੜੀ ਨੋਰਮਲ ਅਮਾਊਂਟ ਹੈ ਉਹ ਕਿੰਨੀ ਹੁੰਦੀ ਹੈ? 2 ਤੋਂ 3 ਲੀਟਰ। ਨੈਕਸਟ ਕੁਐਸਚਨ, A top on the facial nerve leads to spasm of facial muscles. This is known as। ਜਿਹੜੇ ਆਪਣੇ ਫੇਸ 'ਚ ਫੇਸ਼ੀਅਲ ਨਰਵ ਹੁੰਦੀ ਹੈ ਉਹਦਾ ਸਪੈਜ਼ਮ ਮਤਲਬ ਆਪਣੀ ਚੀਕਸ ਦਾ ਉੱਪਰ ਨੂੰ ਆਪਾਂ ਇੱਦਾਂ ਪੁੱਲ ਕਰਨਾ ਬਾਰ-ਬਾਰ ਇਰੀਟੇਟਿਡ ਮੋਸ਼ਨ ਦੇ ਵਿੱਚ, ਤੇ ਇਹ ਕਿਹਦਾ ਸਾਈਨ ਹੁੰਦਾ? ਇਹਨੂੰ ਕਹਿੰਦੇ ਆਪਸ਼ਨ ਏ ਸ਼ਵੋਜ਼ਲੈਕਸ ਸਾਈਨ। Next question, winging of scapula is produced by paralysis of muscle। ਸਕੈਪੂਲਾ ਵਿੰਗਿੰਗ ਨੂੰ ਜਿਹੜੀ ਆਪਣੀ ਪ੍ਰੋਬਲਮ ਖੜੀ ਹੁੰਦੀ ਹੈ ਉਹ ਕਿਹੜੇ ਮਸਲਸ ਦੇ ਕਰਕੇ ਹੁੰਦੀ ਹੈ? ਸੀਰੇਟਸ ਐਂਟੀਰੀਅਰ। ਇਹਦੀ ਮੈਂ ਫੋਟੋ ਤੁਹਾਨੂੰ ਸ਼ੋਅ ਕਰ ਰਿਹਾ ਕਿ ਵਿੰਗਿੰਗ ਕਿੱਦਾਂ ਹੁੰਦੀ ਹੈ ਤੇ ਕਿਹੜਾ ਮਸਲ ਉਹਦੇ 'ਚ ਰਿਸਪੌਂਸਿਬਲ ਹੁੰਦਾ ਤੇ ਉਹ ਕਿੱਦਾਂ ਕੰਮ ਕਰ ਰਿਹਾ। ਨੈਕਸਟ ਕੁਐਸਚਨ, ਵਿਚ ਆਫ ਦ ਫੋਲੋਇੰਗ ਇਜ਼ ਅ ਮੋਟਰ ਕ੍ਰੇਨੀਅਲ ਨਰਵ। ਕਿਹੜੀ ਇਹਨਾਂ ਵਿੱਚੋਂ ਇੱਕ ਮੋਟਰ ਕ੍ਰੇਨੀਅਲ ਨਰਵ ਹੈ? ਦ ਆਂਸਰ ਇਜ਼ ਆਪਸ਼ਨ ਡੀ ਐਕਿਊਲੋਮੋਟਰ। ਇਹਦਾ ਮੈਂ ਤੁਹਾਨੂੰ ਇੱਕ ਚਾਰਟ ਸ਼ੋਅ ਕਰ ਰਿਹਾ ਜਿਹਦੇ ਵਿੱਚ 12 ਪੇਅਰ ਆਫ ਕ੍ਰੇਨੀਅਲ ਨਰਵਸ ਦਿੱਤੇ ਗਏ ਨੇ। ਇਹਨੂੰ ਯਾਦ ਕਰਨ ਦਾ ਇੱਕ ਸ਼ਾਰਟ ਫਾਰਮ ਹੁੰਦੀ ਹੈ ਊਟਾ ਫੈਗਵਾ। ਇੱਦਾਂ ਮੈਂ ਚਾਰਟ 'ਚ ਤੁਹਾਨੂੰ ਉਹਦੀ ਸ਼ਾਰਟ ਫਾਰਮ ਅਤੇ ਉਹਨੂੰ ਯਾਦ ਕਰਨ ਦੀ ਇੱਕ ਟ੍ਰਿਕ ਦੱਸ ਰਿਹਾ, ਇਹ ਤੁਹਾਨੂੰ ਯਾਦ ਜ਼ਰੂਰ ਹੋਣੀ ਚਾਹੀਦੀ ਹੈ। ਨੈਕਸਟ ਕੁਐਸਚਨ ਦੀ ਤਰਫ, ਦ ਨਰਵ ਵਿਚ ਇਜ਼ ਕਾਮਨਲੀ ਨੋਨ ਐਜ਼ ਮਿਊਜ਼ੀਸ਼ੀਅਨਜ਼ ਨਰਵ। ਮਿਊਜ਼ੀਸ਼ੀਅਨਜ਼ ਨਰਵ ਦੇ ਨਾਮ ਤੋਂ ਇੱਕ ਐਜੀ ਨਰਵ ਨੂੰ ਕਿਹੜੀ ਨਰਵ ਹੈ ਜਿਹਨੂੰ ਜਾਣਿਆ ਜਾਂਦਾ ਹੈ? ਤਾਂ ਇਹਦਾ ਆਨਸਰ ਹੈ ਅਲਨਰ ਨਰਵ। ਆਪਸ਼ਨ ਸੀ ਅਲਨਰ ਨਰਵ। ਨੈਕਸਟ ਕੁਐਸਚਨ, the apex of heart is formed entirely by। ਹਾਰਟ ਦੇ ਪਾਰਟਸ ਹੁੰਦੇ ਆ ਜਿੱਦਾਂ ਕਿ ਤੁਸੀਂ ਫੋਟੋ 'ਚ ਦੇਖ ਰਹੇ ਹੋ, ਏਪੈਕਸ, ਬੇਸ, ਅਤੇ ਉਹਦੇ 'ਚ ਜਿਹੜਾ ਏਪੈਕਸ ਵਾਲਾ ਪਾਰਟ ਹੈ ਉਹ ਕੌਣ ਬਣਾਉਂਦਾ? ਮੇਨਲੀ ਉਸ ਜ਼ਿਆਦਾਤਰ ਪਾਰਟ ਜਿਹੜਾ ਸਾਰਾ ਪਾਰਟ ਹੈ ਫੋਰਮ ਕਰਦਾ ਲੈਫਟ ਵੈਂਟਰੀਕਲ। ਲੈਫਟ ਵੈਂਟਰੀਕਲ ਜਿਹੜਾ ਹੁੰਦਾ 4 ਚੈਂਬਰਸ 'ਚੋਂ ਲੈਫਟ ਵੈਂਟਰੀਕਲ ਹੈ ਉਹ ਏਪੈਕਸ ਵਾਲੇ ਪਾਰਟ ਨੂੰ ਫੋਰਮ ਕਰਦਾ ਹੈ। Which of the following hormone is not produced by anterior pituitary? Pituitary gland ਆਪਣੇ ਸਿਰ ਦੇ ਵਿੱਚ ਹਾਈਪੋਥੈਲੇਮਸ ਦੇ ਥੱਲੇ ਪ੍ਰੈਜ਼ੈਂਟ ਹੁੰਦਾ ਹੈ ਅਤੇ ਇਹਨੂੰ ਆਪਾਂ ਮਾਸਟਰ ਗਲੈਂਡ ਵੀ ਕਹਿੰਦੇ ਹਾਂ। ਪਿਚੂਟਰੀ ਦੇ 2 ਪਾਰਟ ਹੁੰਦੇ ਨੇ, ਐਂਟੀਰੀਅਰ ਅਤੇ ਪੋਸਟੀਰੀਅਰ। ਇਹ ਦੋਨੋਂ ਹਾਰਮੋਨ ਰਿਲੀਜ਼ ਕਰਦੇ ਨੇ। ਉਹ ਕਹਿੰਦੇ ਇਹਨਾਂ ਵਿੱਚੋਂ ਅਜਿਹਾ ਕਿਹੜਾ ਹਾਰਮੋਨ ਹੈ ਜੋ ਐਂਟੀਰੀਅਰ ਪਿਟਿਊਟਰੀ ਰਿਲੀਜ਼ ਨਹੀਂ ਕਰਦਾ? ਤਾਂ ਆਨਸਰ ਇਜ਼ ਵੈਸੋਪ੍ਰੈਸਿਨ। ਵੈਸੋਪ੍ਰੈਸਿਨ ਇੱਕ ਐਂਟੀ ਡਾਇਊਰੇਟਿਕ ਹਾਰਮੋਨ ਹੈ, ਠੀਕ ਹੈ, ਅਤੇ ਇਹ ਸਿੰਥੇਸਾਈਜ਼ ਕੀਤਾ ਜਾਂਦਾ ਹੈ ਹਾਈਪੋਥੈਲੇਮਸ ਦੇ ਵਿੱਚ। ਇਹ ਹਾਈਪੋਥੈਲੇਮਸ ਸਿੱਧਾ ਹੀ ਰਿਲੀਜ਼ ਕਰਦਾ ਹੈ। ਨੈਕਸਟ ਕੁਐਸਚਨ, destruction or removal of pathologic organisms or organisms capable of giving rise to infection is known as। ਉਹ ਵਾਲੇ ਪੈਥੋਲੋਜੀਕਲ ਔਰਗੇਨਿਜ਼ਮਸ ਨੂੰ ਡਿਸਟਰਕਸ਼ਨ ਕਰਨਾ ਜਾਂ ਉਹਨਾਂ ਨੂੰ ਰਿਮੂਵ ਕਰਨਾ ਜੋ ਕਿ ਇਨਫੈਕਸ਼ਨ ਨੂੰ ਜਨਮ ਦੇ ਸਕਦੇ ਨੇ, ਉਸ ਨੂੰ ਆਪਾਂ ਕੀ ਕਹਿੰਦੇ ਹਾਂ? ਉਹਨੂੰ ਆਪਾਂ ਕਹਿੰਦੇ ਹਾਂ ਆਪਸ਼ਨ ਬੀ ਡਿਸਇਨਫੈਕਸ਼ਨ। ਡਿਸਇਨਫੈਕਟੈਂਟਸ ਨਾਮ ਦੇ ਕੈਮੀਕਲਸ ਨੂੰ ਇਹਨਾਂ 'ਚ ਯੂਜ਼ ਕੀਤਾ ਜਾਂਦਾ ਹੈ। ਜ਼ਰੂਰੀ ਨਹੀਂ ਇਹ ਮਾਈਕਰੋ ਔਰਗੇਨਿਜ਼ਮਸ ਨੂੰ ਮਾਰਨ, ਸਪੈਸ਼ਲੀ ਰੈਜ਼ਿਸਟੈਂਟ ਬੈਕਟੀਰੀਅਲ ਸਪੋਰਸ ਨੂੰ, ਬਟ ਇਹਨਾਂ ਦਾ ਕੰਮ ਹੁੰਦਾ ਉਹਨਾਂ ਨੂੰ ਇਨਐਕਟੀਵੇਟ ਕਰਨਾ ਜਾਂ ਉਹਨਾਂ ਨੂੰ ਮਾਈਕਰੋ ਔਰਗੇਨਿਜ਼ਮਸ ਨੂੰ ਮਾਰਨਾ ਜਿਹੜੇ ਇਨਫੈਕਸ਼ਨ ਕੋਜ਼ਿੰਗ ਹੁੰਦੇ ਨੇ। ਨੈਕਸਟ ਕੁਐਸਚਨ, ਡਰੱਗਸ ਦੈਟ ਕੋਜ਼ ਐਕਸਪਲਸ਼ਨ ਆਫ ਗੈਸ ਫਰੋਮ ਸਟਮਕ ਐਂਡ ਇੰਟੈਸਟਾਈਨ। ਉਹ ਵਾਲੀਆਂ ਡਰੱਗਸ ਜੋ ਕਿ ਆਪਣੇ ਪੇਟ ਅਤੇ ਆਪਣੀ ਆਂਤੜੀਆਂ
ਦੇ ਵਿੱਚੋਂ ਗੈਸ ਨੂੰ ਬਾਹਰ ਕੱਢਦੇ ਨੇ, ਉਹਨਾਂ ਦਵਾਈਆਂ ਦਾ ਨਾਮ ਕੀ ਹੁੰਦਾ ਹੈ? ਤਾਂ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਕਾਰਮਾਈਨੇਟਿਵਸ। ਆਪਸ਼ਨ ਏ। ਨੈਕਸਟ ਕੁਐਸਚਨ, ਵਿਚ ਆਫ ਦ ਫੋਲੋਇੰਗ is the period of fever in which the elevated temperature is returning to normal? ਇਹ ਜਾਂ ਬਿਮਾਰ ਹੋਣ 'ਤੇ ਜਦੋਂ ਬੁਖਾਰ ਚੜ੍ਹਦਾ ਹੈ, ਫੀਵਰ ਹੁੰਦਾ ਹੈ, ਉਹਦੇ ਵਿੱਚ ਕਿਹੜੀ ਸਟੇਜ ਹੁੰਦੀ ਹੈ ਜਦੋਂ ਵਧਿਆ ਹੋਇਆ ਟੈਂਪਰੇਚਰ ਆਪਣੇ ਨੋਰਮਲ ਲੈਵਲ 'ਤੇ ਵਾਪਿਸ ਆਉਂਦਾ, ਤਾਂ ਉਸ ਨੂੰ ਆਪਾਂ ਕੀ ਕਹਿੰਦੇ ਹਾਂ? ਤਾਂ ਉਹਨੂੰ ਆਪਾਂ ਕਹਿੰਦੇ ਹਾਂ ਡਿਫਰਵਿਸੈਂਸ। ਆਪਸ਼ਨ ਡੀ। ਇਹਦੇ ਵਿੱਚ ਬੋਡੀ ਦਾ ਟੈਂਪਰੇਚਰ ਹੌਲੀ ਹੌਲੀ ਘਟਦਾ ਜਾਂਦਾ ਹੈ। While checking the apical pulse of a client, the nurse note that there is a regular rhythm, but volume has alternate strong and weak character. ਤਾਂ ਇਹਦੇ ਤੋਂ ਆਪਾਂ ਨੂੰ ਕੀ ਪਤਾ ਲੱਗਦਾ ਹੈ? ਇੱਕ ਕਲਾਇੰਟ ਦੀ ਪਲਸ ਨੂੰ ਦੇਖਦੇ ਹੋਏ ਨਰਸ ਨੂੰ ਪਤਾ ਲੱਗਦਾ ਕਿ ਰਿਦਮ ਰੈਗੂਲਰ ਹੈ, ਪਰ ਉਹਦੀਆਂ ਜਿਹੜੀਆਂ ਅਲਟਰਨੇਸ਼ਨਸ ਨੇ ਉਹ ਬਹੁਤ ਸਟਰੋਂਗ ਅਤੇ ਵੀਕ ਨੇ, ਜਾਂ ਸਟਰੋਂਗ ਨੇ ਜਾਂ ਵੀਕ ਆਉਂਦੀ ਪਈ ਹੈ ਜਿਹੜੀ ਵੋਲਿਊਮ ਹੈ ਉਹਦੀ। ਤਾਂ ਇਹ ਕੀ ਇੰਡੀਕੇਟ ਕਰਦਾ ਹੈ? Pulses alterance. Pulses alternance is a physical finding with arterial pulse waveform showing alternating strong and weak beats. Alternating strong ਤੇ weak beats ਨੂੰ ਇੰਡੀਕੇਟ ਕਰਦਾ ਹੈ, ਜਿਹੜਾ ਆਪਣੇ ਹਾਰਟ ਦਾ ਲੈਫਟ ਵੈਂਟਰੀਕੂਲਰ ਸਿਸਟੋਲਿਕ ਕੰਮ ਜਿਹੜਾ ਹੁੰਦਾ, ਸਿਸਟੋਲ ਹੁੰਦਾ ਜਦੋਂ ਕੰਟਰੈਕਸ਼ਨਸ ਦੇ ਨਾਲ ਬਲੱਡ ਨੂੰ ਪੁਸ਼ ਕੀਤਾ ਜਾਂਦਾ। ਜਦੋਂ ਉਹ ਕੰਮ ਪੂਅਰਲੀ ਹੁੰਦਾ ਲੈਫਟ ਸਾਈਡ ਦੇ ਦੁਆਰਾ, ਤਾਂ ਉਦੋਂ ਇਹ ਕੰਡੀਸ਼ਨ ਰਾਈਜ਼ ਹੁੰਦੀ ਹੈ। ਫੋਟੋ ਦੇ ਵਿੱਚ ਤੁਸੀਂ ਚਾਰਟ ਦੇਖ ਸਕਦੇ ਹੋ ਜਿਹਦੇ ਵਿੱਚ ਪਲਸਸ ਅਲਟਰੈਂਸ ਦਿਖਾਇਆ ਗਿਆ। ਨੈਕਸਟ ਕੁਐਸਚਨ, ਬਿਫੋਰ ਚੈਕਿੰਗ ਦਾ ਟੈਂਪਰੇਚਰ ਦ ਥਰਮਾਮੀਟਰ ਸ਼ੁੱਡ ਬੀ ਵਾਈਪਡ ਵਿਦ ਡਿਸਇਨਫੈਕਟੈਂਟ ਸੋਲਿਊਸ਼ਨ। ਜਦੋਂ ਟੈਂਪਰੇਚਰ ਚੈੱਕ ਕਰਨਾ ਹੁੰਦਾ ਤਾਂ ਥਰਮਾਮੀਟਰ ਨੂੰ ਆਪਾਂ ਇੱਕ ਡਿਸਇਨਫੈਕਟੈਂਟ ਸੋਲਿਊਸ਼ਨ ਨਾਲ ਵਾਈਪ ਕਰਦੇ ਹਾਂ। ਤਾਂ ਉਹਨੂੰ ਕਿਹੜੀ ਤੋਂ ਕਿਹੜੀ ਡਾਇਰੈਕਸ਼ਨ 'ਚ ਵਾਈਪ ਕਰਨਾ ਹੁੰਦਾ ਹੈ? ਤਾਂ ਆਨਸਰ ਇਜ਼ ਆਪਸ਼ਨ ਬੀ, ਫਰੋਮ ਦ ਬਲਬ ਟੁਵਾਰਡਸ ਦੀ ਸਟੈਮ। ਇਸੇ ਦੇ ਨਾਲ ਅੱਜ ਦਾ ਵੀਡੀਓ ਸਮਾਪਤ ਕਰਦੇ ਹਾਂ। ਕੋਈ ਵੀ ਡਾਊਟਸ ਹੋਣ, ਕੁਝ ਵੀ ਤੁਹਾਨੂੰ ਕੁਝ ਡਿਸਕਸ ਕਰਨਾ ਹੋਏ ਤਾਂ ਤੁਸੀਂ ਕਮੈਂਟਸ 'ਚ ਸ਼ੇਅਰ ਕਰ ਸਕਦੇ ਹੋ। ਹੋਰ ਵੀਡੀਓਜ਼ ਲਈ ਸਾਡੇ ਚੈਨਲ ਨਾਲ ਜੁੜੇ ਰਹੋ, ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ। ਥੈਂਕ ਯੂ।